प्यारे विद्यार्थियों, उम्मीद है कि तुसी पहले 5 कांडां दी पढ़ाई चंगी तरह कर ਲਈ ਹੋਵੇਗੀ। ਅੱਜ ਆਪਾਂ 6ਵੇਂ ਕਾਂਡ ਦਾ ਪਾਠ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਇਸ ਨਾਵਲ ਵਿੱਚ ਨਾਵਲਕਾਰ ਨੇ ਕੁਝ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹਨਾਂ ਅਪਸ਼ਬਦਾਂ ਨੂੰ ਅਦਰਵਾਈਜ਼ ਨਾ ਲਿਆ ਜਾਵੇ, ਇਹਨਾਂ ਨੂੰ ਇਗਨੋਰ ਕਰ ਦਿੱਤਾ ਜਾਵੇ ਤੇ ਇਸ ਨਾਵਲ ਦਾ ਪਾਠ ਧਿਆਨ ਨਾਲ ਕੀਤਾ ਜਾਵੇ। ਇਸ ਵਿੱਚ ਆਏ ਵਿਚਾਰਾਂ ਨੂੰ, ਇਸ ਵਿੱਚ ਆਈਆਂ ਘਟਨਾਵਾਂ ਨੂੰ, ਪਾਤਰਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ, ਸੁਣਿਆ ਜਾਵੇ ਅਤੇ ਸਮਝਿਆ ਜਾਵੇ। ਉਸ ਦਿਨ ਐਤਵਾਰ ਦੀ ਛੁੱਟੀ ਸੀ। ਮਾਸਟਰ ਵੀ ਗੋਰੇ ਬਾਰੇ ਭੁੱਲ ਗਏ ਲੱਗਦੇ ਸਨ ਜਾਂ ਉਹਨਾਂ ਉਸ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ। ਮਹਿੰਦਰੋ ਕੱਦੂ ਨੂੰ ਨਲਕੇ ਥੱਲੇ ਨੁਹਾ ਰਹੀ ਸੀ ਤੇ ਗੋਰਾ ਆਪਣੇ ਬਾਪੂ ਨਾਲ ਤੂੜੀ ਵਾਲੇ ਅੰਦਰ ਵੜਿਆ ਹੋਇਆ ਸੀ। ਇਹੋ ਜਿਹੇ ਕੰਮ ਨੂੰ ਗੋਰਾ ਬੜਾ ਤਿੱਖਾ ਸੀ। ਉਹ ਗੱਲ ਸੁਣਦੇ ਹੀ ਸਹੇ ਵਾਂਗ ਕੰਨ ਚੁੱਕ ਲੈਂਦਾ। ਬੀਹੀ ਵਾਲਾ ਬਾਰ ਉਹਨਾਂ ਅੱਗੇ ਵਾਂਗ ਬੰਦ ਕੀਤਾ ਹੋਇਆ ਸੀ। ਕੱਦੂ ਨੂੰ ਨੁਹਾ ਕੇ ਧੁੱਪੇ ਬਹਾ ਕੇ ਮਹਿੰਦਰੋ ਨੀਰੇ ਵਾਲੇ ਕੋਠੇ ਕੋਲ ਆਈ ਤੇ ਚੁਗਾਠ ਨੂੰ ਹੱਥ ਪਾਉਂਦਿਆਂ ਉਹ ਪੋਲੇ ਜਿਹੇ ਬੋਲ ਨਾਲ ਆਖਿਆ, ਵੇ ਤੂੰ ਨਹਾਉਣਾ ਨਹੀਂ? ਨਹਾ ਲੈਣਾ। ਗੋਰੇ ਦੀ ਆਵਾਜ਼ ਵਿੱਚ ਮਰਦਾਵਾ ਗੜਕਾ ਸੀ। ਫੇਰ ਕਦੋਂ ਨਹਾਏਗਾ? ਅੱਧੀ ਰਾਤ ਨੂੰ ਨਹਾ ਲੈਂਦਾ ਹੈ, ਐਡੀ ਛੇਤੀ ਹਨੇਰੀ ਆਉਂਦੀ ਹੈ। ਗਿੰਦਰ ਨੇ ਮੱਟੀ ਹੇਠ ਅੱਗ ਸੂਤ ਕਰਦਿਆਂ ਉਸ ਵੱਲ ਝਾਕ ਕੇ ਆਖਿਆ, ਕੰਮ ਤਾਂ ਹੋ ਲੈਣ ਦੇ। ਬਾਪੂ ਮੈਂ ਪਾਣੀ ਲਿਆਵਾਂ? ਲੈ ਆ। ਗੋਰਾ ਬਾਲਟੀ ਚੁੱਕ ਕੇ ਬਾਹਰ ਵਿਹੜੇ ਵਿੱਚ ਚਲਾ ਗਿਆ। ਮਗਰੋਂ ਮਹਿੰਦਰੋ ਨੇ ਗਿੰਦਰ ਨੂੰ ਰਤਾ ਕੋ ਕਰੜੇ ਬੋਲ ਨਾਲ ਆਖਿਆ, ਗੋਡੇ ਜਿੰਨਾ ਸ਼ੋਰ ਹੈ, ਹੁਣੇ ਪੁੱਸ ਪਾ ਦੇਗਾ ਇਹਨੂੰ ਸ਼ਰਾਬ ਦਾ। ਇਹ ਤਾਂ ਪੈ ਕੇ ਹੀ ਰਹਿਣਾ। ਆਖੀ ਤਾਂ ਇਹ ਗੱਲ ਗਿੰਦਰ ਨੇ ਸੁਭਾਵਕ ਹੀ, ਪਰ ਮਹਿੰਦਰੋ ਨੂੰ ਵੱਟ ਚੜਿਆ। ਸੰਗ ਤਾਂ ਨਹੀਂ ਆਉਂਦੀ ਆਹ ਗੱਲ ਕਹਿੰਦੇ ਨੂੰ। ਬਿੰਦ ਕੋ ਚੁੱਪ ਕੇ ਉਹ ਫੇਰ ਘੂਰੀ ਜਿਹੀ ਵੱਟਦਿਆਂ ਕਿਹਾ, ਅੱਗੇ ਕੋੜਮੇ ਨੇ ਆਹੀ ਕੰਮ ਕੀਤਾ ਹੈ ਕਿ? ਗੋਰਾ ਪਾਣੀ ਦੀ ਨਿੱਕੀ ਬਾਲਟੀ ਭਰ ਲਿਆਇਆ। ਨਲਕਾ ਗੇੜਦਿਆਂ ਉਹਦਾ ਸਾਹ ਚੜ ਗਿਆ ਸੀ। ਚੜੇ ਸਾਹ ਹੀ ਉਹ ਟੇਢਾ ਜਿਹਾ ਹੁੰਦਾ। ਦੂਜੇ ਪਾਸੇ ਝਾਕਿਆ ਤੇ ਛੇਤੀ ਦੇ ਕੇ ਬੋਲਿਆ, ਇਧਰੋਂ ਤਾਂ ਬਾਪੂ ਭਾਫ ਨਿਕਲੀ ਜਾਂਦੀ ਹੈ। ਕਿੱਥੋਂ? ਇੱਥੋਂ। ਆਖ ਕੇ ਆਪ ਹੀ ਉਸ ਨੇੜੇ ਗੁੱਝੀ ਪਈ ਮਿੱਟੀ ਚੋਂ ਭੋਰਾ ਚੁੱਕ ਕੇ ਉੱਥੇ ਲਾ ਦਿੱਤੀ। ਪਰ ਤੱਤੀ ਹੋਣ ਕਾਰਨ ਉਸਦਾ ਹੱਥ ਸੜ ਚੱਲਿਆ ਸੀ। ਗੋਰੇ ਨੇ ਮਚਦਿਆਂ ਵਾਂਗ ਹੱਥ ਛਣਕਾਇਆ, ਫੇਰ ਆਪਣੇ ਪੱਟ ਉੱਤੇ ਮਲਣ ਲੱਗ ਪਿਆ। ਬਾਹਰੋਂ ਮਹਿੰਦਰੋ ਦੀ ਆਵਾਜ਼ ਆਈ, ਪਿਓ ਦਾਦੇ ਤੇ ਹੀ ਜਾਣਾ, ਹੋਮ ਗੁੱਝਾ ਕਿਵੇਂ ਰਹੂ? ਆਥਣੇ ਗੋਰਾ ਕੁੜੀ ਬੁੱਕਲ 'ਚ ਲੈ ਕੇ ਬਾਹਰ ਬੈਠ ਗਿਆ। ਇਹ ਉਸ ਨੂੰ ਪੱਕਾ ਕੀਤਾ ਹੋਇਆ ਸੀ ਕਿਸ ਨੂੰ ਜਵਾਬ ਦੇਣਾ ਤੇ ਕਿਸ ਨੂੰ ਨਹੀਂ। ਜਿਸ ਦੇ ਹੱਥ ਵਿੱਚ ਪੈਸੇ ਹੋਣ ਉਸ ਨੂੰ ਖਾਲੀ ਨਹੀਂ ਮੋੜਨਾ। ਗਿੰਦਰ ਖੇਤ ਨੂੰ ਗੇੜਾ ਮਾਰਨ ਚਲਿਆ ਗਿਆ ਸੀ। ਕੁੜੀ ਰੇਤ ਦੀਆਂ ਮੁੱਠੀਆਂ ਭਰ ਭਰ ਖੇਡ ਰਹੀ ਸੀ। ਕਿਤੇ ਉਹ ਆਪਣੇ ਉੱਤੇ ਪਾ ਲੈਂਦੀ, ਕਦੇ ਉਹ ਮੁੱਠੀ ਗੋਰੇ ਉੱਤੇ ਵਗਾਹ ਵੀ ਮਾਰਦੀ। ਗੋਰਾ ਉਹਨੂੰ ਝਿੜਕਦਾ, ਹਟਦੀ ਨਹੀਂ ਭੂਤਨੀ ਜੀ। ਤੇ ਅੱਗੋਂ ਕੁੜੀ ਭੁੱਜਦਿਆਂ ਦਾਣਿਆਂ ਵਾਂਗ ਤਿੜ ਤਿੜ ਕਰਕੇ ਹੱਸ ਪੈਂਦੀ। ਕਿਉਂ ਬਈ ਛੋਟੂ, ਤੇਰਾ ਬਾਪੂ ਘਰ ਹੈ? ਉਹ ਤਾਂ ਘਰੇ ਨਹੀਂ, ਗੋਰੇ ਨੇ ਇੱਕਦਮ ਚੁਸਤ ਬਣਦਿਆਂ ਕਿਹਾ। ਕਿੱਥੇ ਗਿਆ? ਖੇਤ ਨੂੰ, ਆਉਣ ਵਾਲਾ ਹੀ ਹੈ। ਇੱਕੇ ਸਾਹ ਇੰਨੀਆਂ ਗੱਲਾਂ ਪੁੱਛ ਕੇ ਆਉਣ ਵਾਲਾ ਆਲੇ ਦੁਆਲੇ ਝਾਕਿਆ। ਮੋੜ ਉੱਤੇ ਕੁਝ ਬੰਦੇ ਹਾਸੜ ਪਾਈ ਬੈਠੇ ਸਨ। ਗੋਰਾ ਇਸ ਬੰਦੇ ਨੂੰ ਜਾਣਦਾ ਸੀ। ਇਹ ਬੰਦਾ ਅੱਗੇ ਵੀ ਕਈ ਵਾਰੀ ਇਹਨਾਂ ਦੇ ਘਰੋਂ ਸ਼ਰਾਬ ਲੈਣ ਆਇਆ ਸੀ, ਪਰ ਗੋਰਾ ਉਸਦੇ ਸੱਖਣੇ ਹੱਥ ਵੇਖ ਕੇ ਦੜ ਵੱਟ ਗਿਆ ਸੀ। ਬਈ ਛੋਟੂ, ਮੈਂ ਤਾਂ ਕੰਮ ਆਇਆ ਸੀ, ਮੈਨੂੰ ਦੱਸ ਦੇ, ਖੇਤੋਂ ਆਏ ਬਾਪੂ ਨੂੰ ਦੱਸ ਦੂੰਗਾ। ਪਾਣੀ ਤਾਂ ਨਹੀਂ ਹੈਗਾ? ਗੋਰੇ ਨੇ ਬੀਹੀ ਦੇ ਦੋਹੀਂ ਪਾਸੀ ਆਪਣੀਆਂ ਚਤਰ ਅੱਖਾਂ ਬਲੌਰਾਂ ਵਾਂਗ ਘੁਮਾਈਆਂ। ਬਾਪੂ ਨੂੰ ਹੀ ਪਤਾ ਹੋਊ। ਇੰਨੀ ਗੱਲ ਸੁਣ ਕੇ ਉਹ ਬੰਦਾ ਜਿਹੜਾ ਪਿੰਡ ਦੇ ਰੱਜੇ ਪੁੱਜੇ ਘਰਾਂ ਚੋਂ ਸੀ, ਬਿੰਦ ਕੋ ਖਲੋਤਾ ਰਿਹਾ। ਫੇਰ ਪਿਛਾਂਹ ਨੂੰ ਮੁੜ ਪਿਆ, ਪਰ 2 ਕਦਮ ਜਾ ਕੇ ਫਿਰ ਉਲਟ ਸੰਮਤ ਸੱਜੇ ਹੱਥ ਨਾਲ ਚਾਦਰੇ ਦਾ ਇੱਕ ਲੜ ਫੜੀ ਤੁਰ ਗਿਆ। ਅਜੇ ਉਹ 10-12 ਕਦਮ ਹੀ ਗਿਆ ਹੋਵੇਗਾ। ਗੋਰਾ ਪਿੱਛੋਂ ਬੋਲ ਪਿਆ, ਬਾਬਾ ਬਿੰਦਕੋ ਨੂੰ ਆ ਜੀ। ਉਹ ਖੜੋ ਗਿਆ ਤੇ ਉਸ ਦੀਆਂ ਜੇਠ ਦੇ ਘਾਹ ਵਰਗੀਆਂ ਅੱਧ ਖੁਸ਼ਕ ਮੁੱਛਾਂ ਹੱਸ ਪਈਆਂ। ਨਾਲੇ ਕੁੱਤੜਿਆ, ਤੂੰ ਕਹਿੰਦਾ ਮੈਨੂੰ ਪਤਾ ਨਹੀਂ? ਪਤਾ ਤਾਂ ਉਹਨੂੰ ਹੀ ਹੈ। ਜੇ ਹੈਗੀ ਆ ਤਾਂ ਦੇ ਦੇ, ਭਕਾਈ ਕਿਉਂ ਕਰਾਈ ਜਾਂਦਾ ਯਾਰ? ਗੋਰਾ ਖਚਰੀ ਜਿਹੀ ਹਾਸੀ ਹੱਸਿਆ, ਰੁਪਈਏ ਤੂੰ ਪਹਿਲਾਂ ਲੈ ਲੈ। ਨਹੀਂ ਐਂ ਤਾਂ ਬਾਬਾ ਕੀ ਗੱਲ ਹੈ? ਗੱਲ ਤਾਂ ਕਿਉਂ ਨਹੀਂ, ਆ ਫੜ। ਉਸ ਜੇਬ ਚੋਂ ਪੈਸੇ ਕੱਢ ਕੇ ਉਸ ਦੇ ਅੱਗੇ ਕਰ ਦਿੱਤੇ। ਅੰਦਰ ਆ ਜਾ। ਗੋਰਾ ਕੁੜੀ ਚੁੱਕੀ ਅੰਦਰ ਹੋ ਗਿਆ। ਜਦੋਂ ਉਹ ਬੰਦਾ ਅੰਦਰ ਹੋ ਗਿਆ ਤਾਂ ਗੋਰੇ ਨੇ ਬੂਹਾ ਭੇੜ ਦਿੱਤਾ। ਉਹ ਬੰਦਾ ਇੱਕ ਗੋਡੇ ਕੋ ਜਿੰਨੇ ਮੁੰਡੇ ਤੇ ਹੈਰਾਨ ਹੋ ਰਿਹਾ ਸੀ। ਕਿੰਨੇ ਐ? ਗੋਰੇ ਨੇ ਪੈਸੇ ਫੜਦਿਆਂ ਪੁੱਛਿਆ। 9 ਐ। ਨਹੀਂ, ਹੁਣ ਤਾਂ 10 ਐ। 10? ਉਹਦੀਆਂ ਅੱਖਾਂ ਚੌੜੀਆਂ ਹੋ ਗਈਆਂ। ਤੇ ਹੋਰ? ਗੁੜ ਨੂੰ ਤਾਂ ਅੱਗ ਲੱਗੀ ਜਾਂਦੀ ਹੈ। ਉਸ ਇੱਕ ਹੋਰ ਰੁਪਈਆ ਦੇ ਦਿੱਤਾ। ਫਿਰ ਗੋਰਾ ਉਹਨੂੰ ਅੰਦਰ ਵਿਹੜੇ ਵਿੱਚ ਲੈ ਗਿਆ। ਗੋਰੇ ਦੀ ਬੀਬੀ ਨੇ ਓਪਰਾ ਬੰਦਾ ਵੇਖ ਕੇ ਸਿਰ ਤੋਂ ਚੁੰਨੀ ਮੂੰਹ ਉੱਤੇ ਸਰਕਾ ਲਈ। ਫੇਰ ਗੋਰੇ ਨੇ ਆਪਣੀ ਬੀਬੀ ਨਾਲ ਗਿੱਟ-ਮਿੱਟ ਕੀਤੀ ਤੇ ਫੇਰ ਉਸ ਬੰਦੇ ਕੋਲ ਆ ਕੇ ਬੋਲਿਆ, ਭਾਂਡਾ ਹੈਗਾ? ਭਾਂਡਾ ਤਾਂ ਯਾਰ ਮੈਂ ਲਿਆਇਆ ਨਹੀਂ। ਗੋਰਾ ਫਿਰ ਆਪਣੀ ਬੀਬੀ ਕੋਲ ਚਲਿਆ ਗਿਆ। ਮਹਿੰਦਰੋ ਆਟਾ ਛਾਣਦੀ ਸੀ। ਉਸ ਛਾਣਨੀ ਰੱਖਦਿਆਂ ਸਿਰ ਉਤਲੀ ਮੈਲੀ ਚੁੰਨੀ ਸੂਤ ਕੀਤੀ ਤੇ ਅੰਦਰ ਜਾਂਦੀ ਬੋਲੀ, ਲੈ ਜਾਓ ਬਾਬਾ ਜੀ, ਬੋਤਲ ਫੇਰ ਮੋੜ ਜਿਓ ਤੁਸੀਂ ਆਪੇ ਹੀ। ਕੋਈ ਨਾ ਭਾਈ,
तू बेसंस रह, मैं मोड़ जूँ। अंदरों शराब की बोतल लिया के फिर आखना शुरू किया, ऊँ तां जी कोई गल नहीं, पर जिहड़ा लैके जांदा है वो मोड़दा नहीं। चीज़ तां भावें कुछ नहीं, पर ਇਹਦੇ बिना हत्थड़ हो जाइदा। फड़ी ते फिर झटका जिहा मार के छणका के वेखी, शराब कंगणी ਵੱਜੀ देख के उसका मन बागो बाग हो गया। उस बोतल के मूँह उत्ते लग्या मक्की का मैला जिहा गुल दब के कसदियां फिर आख्या, कोई ना भाई, तू बेसैंस रह, मैं सवेरे ही मोड़ जूँ। जदों वो बीही वाले बार वल तुरिया, गोरा उस दे नाल गया। गोरे ने बीही च निकल के वेख्या, बीही सुन्नी पई सी, पर मोड़ उत्ते अजे भी बंदे हस्सी जांदे सन। बिंद को खलोता रहा। चाण चक ही गोरे ने उतां सिर चुक्या। सामने घर वाले मलागर दी कुड़ी कोठे उत्ते तुरी फिरदी, किताब पढ़दी पड़तालवियां अखां नाल झाक रही सी। गोरा उस वल कहरवान हो के झाकिया, चेहरे उत्ते लाली गूढ़ी बन तुरी, फिर अंदर वड़ के बीही दा बार भेड़ दिता। उस तो बाद 3-4 होर आए। गोरा अपनी चतराई नाल उन्हां नूं भुगताउंदा रहा। कदे कदे खुशी च आया, गिंदर गोरे नूं भी मल्लो मल्ली गिलास च पा के दिंदा। ਇਹ जुगाड़ उदों ही बनदा जदों कदे गोरे दे घरां चों लगदा लफैंड जिहा जापदा चाचा तेलू आउंदा। ऐतकी जद ਉਹ आया तां गोरे नूं भी उन्हां नाल बिठा लिया, पर उसदी बीबी ने झड़किया, हट जावे, वेख लै, जे गिलास फड़िया तां जम अजे मुक्या नहीं, हुणे गिੱਝਦਾ चाचे ताए वांगू। ਇੱਥੇ ਜਾਂਦੀ ਵੀਲੇ वाले ਸਰਦਾਰਾਂ ਨਾਲ ਪਿੱਠ ਲੱਗਦੀ ਐ, ਬਈ ਰੋਜ਼ ਬੋਟ ਖੋਲੀ ਰੱਖੂ। ਵੀਲੇ ਵਾਲੇ ਸਰਦਾਰ ਕੀ ਭੈਣ ਦੇਣੇ ਸਾਡੇ ਨਾਲੋਂ ਬਾਲੇ ਚੰਗੇ ਹੋਣਗੇ। ਉਹਦੇ ਟਰੱਕ ਚਲਾਉਣ ਵਾਲੇ ਤੇਲੂ ਚਾਚੇ ਨੇ ਆਖਿਆ। ਖੱਬੇ ਹੱਥ ਵਿੱਚ ਉਸਦਾ ਗਲਾਸ ਫੜਿਆ ਹੋਇਆ ਸੀ ਤੇ ਸੱਜੇ ਨਾਲ ਗਲਾਸ ਵਿੱਚ ਨੂੰ ਬੋਤਲ ਦਾ ਮੂੰਹ ਉਲਾਰਿਆ ਹੋਇਆ ਸੀ, ਪਰ ਉਹ ਆਪਣੀਆਂ ਪੋਰ ਵਰਗੀਆਂ ਨਾਸਾਂ ਨੂੰ ਫੁਲਾ ਕੇ ਮੂੰਹ ਚੋਂ ਮਠਾਰ ਮਠਾਰ ਲਫ਼ਜ਼ ਕੱਢ ਰਿਹਾ ਸੀ। ਵੀਲੇ ਵਾਲੇ ਲੌਂਡੇ ਸਾਲੇ 2 ਆਰੀ ਜੰਮੇ ਆ। ਗੋਰੇ ਦੇ ਬਾਪੂ ਨੂੰ ਵੀ ਨਸ਼ਾ ਹੋ ਗਿਆ ਲੱਗਦਾ ਸੀ। ਆਹੋ 2 ਵਾਰੀ ਹੀ ਜੰਮੇ ਆ। ਗਿੱਲੇ ਗੋਹਿਆਂ ਦੀ ਅੱਗ ਉੱਤੇ ਕੱਚੀਆਂ ਪਿੱਲੀਆਂ ਰੋਟੀਆਂ ਲਾ ਰਹੀ ਮਹਿੰਦਰੋ ਨੇ ਹਰਖ ਕੇ ਆਖਿਆ, ਸਾਨੂੰ ਨਹੀਂ ਪੁੱਗਦੀ ਵੀਰੇ, ਇਹ ਤੇਰੇ ਹੋ ਜਾਣਗੇ, ਪਿਆਈ ਜਾਈ। ਸਾਡੇ ਵੱਲੋਂ ਭਾਵੇਂ ਬਿਸਕੀਆਂ ਦਹੀਂ ਲਿਆ ਉਹਨਾਂ ਨੂੰ, ਮੇਰੇ ਤਾਂ ਹੀ ਹੋਣਗੇ ਜੇ ਤੂੰ ਕੁਛ ਹੱਥ ਪੱਲਾ ਹਿਲਾਵੇਂ। ਮੇਰੇ ਕੀ ਹੱਥ ਅਖਤਿਆਰ ਹੈ, ਤੇਰੇ ਸਾਰਾ ਹੀ ਹੈ, ਤੂੰ ਕੀ ਨਹੀਂ ਕਰ ਸਕਦੀ, ਸਾਰਾ ਕੁਛ ਕਰ ਸਕਦੀ ਹੈ। ਤੇਲੂ ਹੁਣ ਚੰਗੇ ਰੌਂ ਵਿੱਚ ਹੋ ਗਿਆ ਲੱਗਦਾ ਸੀ। ਲੈ ਫੜ ਓਏ ਪੁੱਤਰਾ, ਪਾਣੀ ਲਿਆ। ਗੋਰੇ ਨੂੰ ਗੜਵੀ ਫੜਾ ਕੇ ਤੇਲੂ ਨੇ ਸਿਰ ਉੱਤੇ ਵੱਜੀ ਟੇਢੀ ਸੰਧੂਰੀ ਢਿੱਲਮ ਢਿੱਲੀ ਪੱਗ ਨੂੰ ਦੋਹਾਂ ਹੱਥਾਂ ਨਾਲ ਸੂਤ ਕੀਤਾ। ਮੈਂ ਤਾਂ ਕਹਿੰਦਾ ਵੱਡੀ ਭਰਜਾਈ ਐ ਆਪੇ ਹੀ ਸੋਚੇਗੀ, ਜੇ ਨਾ ਸੋਚਿਆ ਫੇਰ। ਕੋਲੋਂ ਐਵੇਂ ਹੀ ਗਿੰਦਰ ਨੇ ਕਹਿ ਦਿੱਤਾ, ਜੇ ਨਾ ਸੋਚੂ ਫੇਰ ਮੈਂ ਕਿਹੜਾ ਇਹਦਾ ਮੋਗਾ ਬੰਦ ਕਰਾ ਦੂੰ। ਵੇ ਜਾਏ ਖਾਣੇ ਦਿਆ, ਮੇਰੇ ਕੀ ਹੱਥ 'ਚ ਫੜੀਆਂ ਕੁੜੀਆਂ, ਅਗਲੇ 20 ਇੱਚੜਾਂ ਪੜ੍ਹਦੇ ਐ। ਕੀ ਇੱਚੜਾਂ ਪੜ੍ਹਦੇ ਐ? ਮੇਰੇ ਵਰਗਾ ਤਾਂ ਮੁੰਡਾ ਤਾਂ ਸਾਰੇ ਅਗਵਾੜ 'ਚ ਨਹੀਂ ਹੋਣਾ। ਉਹਦੀ ਗੱਲ ਉੱਤੇ ਸਾਰੇ ਹੱਸ ਪਏ। ਤੂੰ ਆਪਦੇ ਮੂੰਹੋਂ ਹੀ ਸ਼ੋਭਾ ਕਰੀ ਜਾ ਬਲੱਜਾ, ਕੋਈ ਹੋਰ ਵੀ ਕਹਿੰਦਾ। ਉਦੋਂ ਹੀ ਕੌਲੇ ਨਾਲ ਖੜੋ ਕੇ ਥੰਮਣ ਦੀ ਨੂੰਹ ਨੇ ਹਾਕ ਮਾਰੀ। ਮਹਿੰਦਰੋ ਨੇ ਉਹਨੂੰ ਅਗਾਂਹ ਸੱਦ ਲਿਆ। ਉਹ ਗਿੰਦਰ ਵੱਲੋਂ ਕਾਣਾ ਘੁੰਡ ਕੱਢੀ ਵਿਹੜੇ ਵਿੱਚ ਚੌਂਕੇ ਕੋਲ ਆ ਗਈ। ਉਹਨੂੰ ਦੇਖ ਕੇ ਤੇਲੂ ਫਿਰ ਕੁੜਕਿਆ, ਭਰਜਾਈਆਂ ਦਾ ਕਿਹੜਾ ਤੋੜਾ ਹੈ, ਇੱਕ ਆ ਗਈ। ਤੂੰ ਦੇਖ ਖਾਂ ਭਰਜਾਈਆਂ ਦਾ ਚੰਦ ਵਰਗਾ ਦਿਓਰ ਬੈਠਾ ਵਿਚਾਲੇ। ਪਟਾਕ ਦੇਣੇ ਆ ਕੇ ਉਹ ਗੁੱਜਾ ਹੱਸ ਪਈ। ਫਿਰ ਮਹਿੰਦਰੋ ਨਾਲ ਗੱਲਾਂ ਲੱਗ ਗਈ। ਮਹਿੰਦਰੋ ਤੇ ਉਹ ਅੱਗੇ ਕਈ ਵਾਰ ਕਚੀਰਾ ਕਰ ਹਟੀਆਂ ਸਨ। ਇਹ ਲਾਦ ਮੁਖਤ ਦੀ ਉਹ ਦੱਦ ਲੱਗੀ ਰਹਿੰਦੀ ਹੈ, ਨਾ ਕੋਈ ਬੁਲਾਵੇ ਨਾ ਚਲਾਵੇ, ਉਹੀ ਦਾਦਾ ਦਵਾਰਕਾ ਬਣਿਆ ਰਹਿੰਦਾ ਹੈ। ਨਹੀਂ ਇਹ ਤਾਂ ਬਸ਼ਰਮ ਟੱਬਰ ਹੈ। ਹੁਣ ਵੀ ਉਹ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਈਆਂ। ਕਿਉਂ ਭਾਬੀ, ਮੇਰਾ ਕੰਮ ਕਰਿਆ ਕਿ ਨਹੀਂ? ਤੇਲੂ ਨੇ ਥੰਮਣ ਦੀ ਨੂੰਹ ਨੂੰ ਫੇਰ ਪੁੱਛਿਆ। ਵੇ ਕਿਹੜਾ ਕੰਮ? ਕੀ ਗੱਲ ਐਡੀ ਛੇਤੀ ਚੇਤਾ ਭੁੱਲ ਗਿਆ? ਉਹੋ ਹੀ ਕੰਮ, ਕਿਤੇ ਜਣੇ ਖਣੇ ਦੇ ਹੋ ਜਾਂਦੇ ਆ। ਗੱਲ ਕਰਾਰ ਨਾਲ ਕਰਕੇ ਉਹ ਹੱਸ ਪਈ। ਤੇਲੂ ਕੱਚਾ ਜਿਹਾ ਹੁੰਦਾ ਮਿਣ ਕਰਦਾ ਰਿਹਾ। ਚੱਜ ਨਾਲ ਉਹ ਤੋਂ ਕੋਈ ਗੱਲ ਨਾ ਸਰੀ। ਇੰਨਾ ਰੰਜ ਮਨ ਵਿੱਚ ਜ਼ਰੂਰ ਆਇਆ, ਅਸੀਂ ਇੰਨੇ ਹੀ ਮਾੜੇ ਆ। ਗਿੰਦਰ ਕੋਈ ਕਬੀਲਦਾਰੀ ਦੀ ਗੱਲ ਕਰ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਵੀ ਅੰਬਰਤੀ ਡੋਰੇ ਪਾਏ ਹੋਏ ਸਨ। ਜਦੋਂ ਪਾਣੀ ਮੁੱਕਦਾ ਗੋਰਾ ਝੱਟ ਗੜਵੀ ਭਰ ਲਿਆਉਂਦਾ। ਹੁਣ ਤਾਂ ਗੋਰੇ ਨੂੰ ਵੀ ਕੰਧੋਲੀ ਦੇ ਸਿਰ ਉੱਤੇ ਪਏ ਦੀਵੇ ਦੀ ਸੰਧੂਰੀ ਲਾਟ ਬੜੀ ਸੋਹਣੀ ਜਾਪ ਰਹੀ ਸੀ। ਵੇ ਤੂੰ ਰੋਟੀ ਨਹੀਂ ਖਾਣੀ? ਇੱਥੇ ਹੀ ਬੈਠਾ ਸਰੱਗਾ ਬਣ ਕੇ। ਖਾ ਲੈਣਾ, ਫੇਰ ਕਦੋਂ ਖਾਏਗਾ? ਆ ਇੱਧਰ ਉੱਠ ਕੇ, ਭੋਰਾ ਭੋਰ ਸ਼ੋਰ ਹੈ ਹੁਣੇ ਹੀ। ਤੇਲੂ ਨੇ ਪਹਿਲੀ ਗੱਲ ਭੁਲਾਉਂਦਿਆਂ ਕਿਹਾ, ਅੱਜ ਤਾਂ ਬਲਾਂ ਭੱਜ ਪੈਣੀ ਐ, ਜਿਵੇਂ ਮੰਡਿਆਲ ਖਾਧੇ ਹੁੰਦੇ ਆ। ਮਹਿੰਦਰੋ ਨੇ ਤੇਲੂ ਦੀ ਗੱਲ ਦਾ ਉੱਤਰ ਨਹੀਂ ਦਿੱਤਾ। ਉਹ ਇਸ ਤੋਂ ਵੀ ਅੱਕੀ ਪਈ ਸੀ। ਕਦੇ ਕਦੇ ਉਹ ਖਿੱਝ ਜਾਂਦੀ, ਜਾਏ ਖਾਣੇ ਦੇ ਝੋਟਿਆਂ ਵਾਂਗੂ ਪਸਰੇ ਪਏ ਐ, ਘਰ ਹੈ ਬਾਰ ਹੈ, ਮਾਂ ਪਿਓ ਹੈ, ਉੱਥੇ ਬੈਠੋ ਦਫਾ ਹੋਵੋ।
ਲੋਕੀ ਛੁੱਟੀ ਆਉਣਗੇ, ਭੈਣ ਭਰਾਵਾਂ ਨਾਲ ਗੱਲਾਂ ਹੀ ਨਹੀਂ ਮੁੱਕਦੀਆਂ। ਇਹ ਲੱਲੂ ਲਾਣਾ ਹਿੱਛ ਹਿੱਛ ਕਰਦੇ ਦੂਜੇ ਦੇ ਦੁਆਰੇ ਭੱਜ ਲੈਂਦੇ ਆ। ਗੋਰੇ ਦਾ ਉਹਨਾਂ ਕੋਲੋਂ ਉੱਠਣ ਨੂੰ ਜੀ ਨਹੀਂ ਕਰਦਾ ਸੀ, ਪਰ ਸਭ ਤੋਂ ਵੱਧ ਉਹਨੂੰ ਆਪਣਾ ਝੂਮਦਾ ਸਿਰ ਚੰਗਾ ਲੱਗ ਰਿਹਾ ਸੀ। ਉਸਦੀ ਬੀਬੀ ਨੇ ਉਹਦਾ ਉਦੋਂ ਤੱਕ ਖਹਿੜਾ ਨਹੀਂ ਛੱਡਿਆ ਜਿੰਨਾ ਚਿਰ ਉੱਠ ਕੇ ਉਹ ਰੋਟੀ ਖਾਣ ਨਹੀਂ ਲੱਗਾ। ਰੋਟੀ ਖਾਂਦਿਆਂ ਇੱਕ ਦੋ ਵਾਰੀ ਉਸਨੇ ਭੁੰਜੇ ਪਈ ਦਾਲ ਵਾਲੀ ਕੌਲੀ 'ਚ ਬੁਰਕੀ ਲਾਉਣ ਦੀ ਥਾਂ ਧਰਤੀ 'ਤੇ ਘਸਾ ਲਈ। ਅੰਨਾ ਹੋਇਆ ਉਦੋਂ ਥੋੜ੍ਹੀ ਝੁਲਸਦਾ, ਮਗਰ ਪਿਆ ਸੀ ਕੋਈ ਇਹਦੇ। ਅੰਨਾ ਹੋਣ ਵਾਲੀ ਕੀ ਗੱਲ ਐ? ਲੈ ਬਈ ਬੀਬੀ, ਤੂੰ ਤਾਂ ਐਵੇਂ ਹੀ ਕਰੀ ਜਾਂਦੀ ਐ। ਚੰਗਾ ਚੁੱਪ ਕਰਕੇ ਤੋਸਾ ਝੁਲਸ ਲੈ। ਲੱਗਿਆ ਮੁਹਾਰ ਨਹੀਂ ਪੜਨ, ਹੁਣੇ ਲਾ ਗਿਆ ਟੁੱਟ ਜਾਣਿਓ। ਪਿਓ ਦਾਦੇ ਦੀ ਪੈੜ 'ਚੋਂ ਪੈੜ ਨਾ ਕੱਢਿਓ। ਪਰ ਰੋਟੀ ਉਹ ਪੂਰੀ ਨਹੀਂ ਖਾ ਸਕਿਆ, ਉੱਥੇ ਹੀ ਲੁੜਕ ਗਿਆ। ਕੁੜਦੀ ਖਿੱਚਦੀ ਤੇ ਬੁੜਬੁੜ ਕਰਦੀ ਮਹਿੰਦਰੋਂ ਨੇ ਉਹਨੂੰ ਮੰਜੇ ਉੱਤੇ ਲਿਆ ਸੁੱਟਿਆ। ਬਿੰਦ ਕੋ ਪਿਆ ਰਿਹਾ, ਫਿਰ ਮੰਜੇ ਉੱਤੇ ਪਿਆਈ ਉਸਲ ਵੱਟੇ ਲੈਣ ਲੱਗ ਪਿਆ ਤੇ ਫਿਰ ਖੱਬੀ ਬਾਹੀ ਉੱਤੇ ਮੂਧਾ ਹੁੰਦਿਆਂ ਬੱਬ ਬੱਬ ਕਰਕੇ ਸਾਰਾ ਖਾਧਾ ਪੀਤਾ ਬਾਹਰ ਆ ਗਿਆ। ਮਹਿੰਦਰੋਂ ਉਹਦਾ ਸਿਰ ਫੜ ਕੇ ਉਛਾਲੀ ਕਰਾਉਂਦੀ ਰਹੀ। ਫਿਰ ਚੁੱਲ੍ਹੇ ਵਿੱਚੋਂ ਕੜਛੀ 'ਚ ਸੁਆਹ ਲਿਆ ਕੇ ਡਾਟ ਮਾਰ ਕੇ ਥਾਂ ਉੱਤੇ ਖਿਲਾਰੀ। ਪਾਣੀ ਨਾਲ ਕੁਰਲੀ ਕਰਾ ਕੇ ਮੁੜ ਮੰਜੇ ਉੱਤੇ ਪੈਂਦਾ ਕਰਕੇ ਆਪਣੇ ਕੰਮ ਲੱਗ ਗਈ। ਤੇਲੂ ਤੇ ਬਾਪੂ ਰੋਟੀ ਖਾਂਦੇ ਗੱਲ ਵਿੱਚ ਉਲਝੇ ਬੈਠੇ ਸਨ। ਗੋਰਾ ਢਿੱਲਾ ਜਿਹਾ ਹੋਇਆ ਮੰਜੇ ਉੱਤੇ ਪਿਆ ਸੀ, ਜਿਵੇਂ ਉਸਦਾ ਸਰੀਰ ਕਿਸੇ ਨੇ ਡਾਂਗਾਂ ਨਾਲ ਭੰਨਿਆ ਹੋਵੇ। ਮੰਜੇ ਉੱਤੇ ਪਿਆ ਉਹਨੂੰ ਆਲਾ ਦੁਆਲਾ ਘੁੰਮਦਾ ਪ੍ਰਤੀਤ ਹੋ ਰਿਹਾ ਸੀ। ਉਸਦੇ ਨੱਕ ਵਿੱਚੋਂ ਛੂਕ ਦਾ ਸਾਹ ਛੋ ਛੋ ਕਰ ਰਿਹਾ ਸੀ। ਅੱਧੀ ਰਾਤੀ ਗੋਰੇ ਦਾ ਸੰਗ ਖੁਸ਼ਕ ਹੋਣਾ ਸ਼ੁਰੂ ਹੋ ਗਿਆ। ਸ਼ਰਾਬ ਨੇ ਅੰਦਰ ਅੱਗ ਲਾਈ ਹੋਈ ਸੀ ਤੇ ਉਸਦੀ ਅੱਖ ਖੁੱਲ੍ਹ ਗਈ। ਪਏ ਨੇ ਹੀ ਅੱਖਾਂ ਖੋਲ੍ਹ ਕੇ ਵੇਖਿਆ, ਅੰਦਰ ਵਰਾਂਡੇ ਵਿੱਚ ਹਨੇਰਾ ਸੀ, ਪਰ ਬਾਹਰ ਤਾਰਿਆਂ ਦੀ ਲੋ ਦਾ ਚਾਨਣ ਸੀ। ਤੇ ਮੰਜੇ ਉੱਤੋਂ ਹੀ ਉਸ ਬੀਬੀ ਦੇ ਮੰਜੇ ਵੱਲ ਅੱਖਾਂ ਘੁਮਾਈਆਂ ਤੇ ਹੌਲੀ ਜਿਹੀ ਆਵਾਜ਼ ਮਾਰੀ, ਬੀਬੀਏ। ਇੰਨੇ 'ਚ ਉਹਨੂੰ ਕੁਝ ਨਾ ਦਿਸਿਆ, ਪਰ ਬਾਹਰ ਵਿਹੜੇ 'ਚ ਕੰਧ ਨਾਲ ਲੱਗੇ ਨਲਕੇ ਦੀ ਡੰਡੀ ਜ਼ਰੂਰ ਦਿਸ ਰਹੀ ਸੀ। ਉਸਨੇ ਦੁਬਾਰਾ ਬੀਬੀ ਨੂੰ ਆਵਾਜ਼ ਨਹੀਂ ਮਾਰੀ। ਅੱਖਾਂ ਵਿੱਚ ਕੱਚੀ ਨੀਂਦ ਦੇ ਰੋੜ ਰੜਕ ਰਹੇ ਸਨ। ਉਹ ਕੂਣੀਆਂ ਭਾਰ ਉੱਠਿਆ, ਉਹਦਾ ਸਾਰਾ ਸਰੀਰ ਝੂਟੇ ਖਾਈ ਜਾ ਰਿਹਾ ਸੀ। ਅੱਖਾਂ ਮਲ ਕੇ ਉਸਨੇ ਫੇਰ ਬੀਬੀ ਦੇ ਮੰਜੇ ਵੱਲ ਵੇਖਿਆ। ਉਹਨੂੰ ਇਉਂ ਜਾਪਿਆ ਜਿਵੇਂ ਬੀਬੀ ਦਾ ਮੰਜਾ ਖਾਲੀ ਹੋਵੇ। ਜਦੋਂ ਉਹਨੇ ਇੱਕ ਵਾਰੀ ਫੇਰ ਅੱਖਾਂ ਮਲੀਆਂ ਤਾਂ ਮੰਜਾ ਸੱਚੀ ਖਾਲੀ ਸੀ। ਹੈਂ, ਗੋਰੇ ਨੇ ਅੰਦਰੋਂ ਹੌਲੀ ਜਿਹੀ ਨਿਕਲਿਆ, ਬੀਬੀ ਗਈ ਕਿੱਧਰ? ਕਿਤੇ ਉਹਨੂੰ ਸਮਝ ਨਾ ਲੱਗੀ। ਪਾਣੀ ਦੀ ਤੇ ਉਹਦੀ ਕਿਧਰੇ ਉੱਡ ਪੁੱਡ ਗਈ। ਉਸੇ ਤਰ੍ਹਾਂ ਅੱਧਾ ਕੁ ਉੱਠਿਆ, ਉਹ ਹੈਰਾਨੀ ਨਾਲ ਭੌਂ ਰਿਹਾ ਸੀ। ਸ਼ਰਾਬ ਨਾਲ ਸਰੀਰ ਭਾਵੇਂ ਨਿਢਾਲ ਸੀ, ਪਰ ਇਸ ਨਵੀਂ ਗੱਲ ਨੇ ਅੱਧੀ ਰਾਤ ਉਸਦੀ ਸੁਰਤ ਗੁੰਮ ਕਰ ਦਿੱਤੀ। ਬੀਬੀ ਗਈ ਕਿੱਧਰ? ਕਿਤੇ ਘਰ 'ਚ ਚੋਰ ਨਾ ਲੁਕੇ ਬੈਠੇ ਹੋਣ। ਜੇ ਮੈਂ ਬੋਲ ਪਿਆ ਮੈਨੂੰ ਵੀ ਫੜ ਕੇ ਮਾਰ ਨਾ ਦੇਣ। ਬੀਬੀ ਨੂੰ ਚੋਰਾਂ ਨੇ ਮਾਰ ਦਿੱਤਾ ਹੋਣਾ। ਇਹ ਸੋਚਦਿਆਂ ਉਸਦੀ ਲੇਰ ਨਿਕਲ ਗਈ। ਬੀਬੀਏ, ਉਹਦੀ ਚੀਕ ਟਿੱਕੀ ਰਾਤ ਵਿੱਚ ਗੂੰਜ ਪਈ। ਵੇ ਕੀ ਹੋਇਆ ਤੈਨੂੰ? ਉਹ ਫੇਰ ਹੈਰਾਨ ਹੋਇਆ। ਉਹ ਤਾਂ ਉਹਦੀ ਬੀਬੀ ਦੀ ਆਵਾਜ਼ ਸੀ। ਲੇਰ ਵਰਗੀ ਆਵਾਜ਼ 'ਚ ਉਹ ਬੋਲਿਆ, ਕਿੱਥੇ ਐ ਤੂੰ? ਪਰ ਅਗਲਾ ਜਵਾਬ ਆਉਣ ਤੋਂ ਪਹਿਲਾਂ ਹੀ ਉਹ ਹਨੇਰੇ ਵਿੱਚ ਉਧਰ ਨੂੰ ਭੱਜ ਤੁਰਿਆ ਜਿੱਧਰੋਂ ਆਵਾਜ਼ ਆਈ ਸੀ। ਜਦੋਂ ਉਹ ਗਿੰਦਰ ਦੇ ਮੰਜੇ ਕੋਲ ਗਿਆ, ਉਹ ਰੋਂਦਿਆਂ ਅੱਖਾਂ ਨਾਲ ਫੇਰ ਹਨੇਰੇ ਨੂੰ ਪਾੜ ਕੇ ਵੇਖਿਆ। ਉਸਦਾ ਰੋਣਾ ਇੱਕਦਮ ਬੰਦ ਹੋ ਗਿਆ। ਬੀਬੀ ਤਾਂ ਉਹਦੀ ਤੇ ਸਰੀਰ ਉਹਦਾ ਸਤੰਭ ਹੋ ਗਿਆ। ਉਹਨੇ ਪੈਰੀ ਮੁੜ ਕੇ ਉਹ ਹੌਲੀ ਹੌਲੀ ਮਰਦੇ ਕਦਮਾਂ ਨਾਲ ਆਪਣੇ ਮੰਜੇ ਤੇ ਪੈ ਗਿਆ। ਫਿਰ ਉਹਨੇ ਉਧਰ ਅੱਖ ਪੁੱਟ ਕੇ ਵੀ ਨਹੀਂ ਦੇਖਿਆ। ਖੇਸ ਵਿੱਚ ਮੂੰਹ ਸਿਰ ਲਪੇਟ ਕੇ ਇਉਂ ਪੈ ਗਿਆ ਜਿਵੇਂ ਕੁਝ ਹੋਇਆ ਹੀ ਨਹੀਂ ਸੀ। ਫਿਰ ਉਹਨੂੰ ਇੰਨਾ ਕਾਂਬਾ ਚੜਿਆ, ਉਹਦੀ ਸਾਰੀ ਕੋਠੀ ਥਰ-ਥਰ ਕੰਬ ਰਹੀ ਸੀ। ਪਰ ਅਜੀਬ ਗੱਲ ਗੋਰੇ ਨੂੰ ਇਹ ਜਾਪ ਰਹੀ ਸੀ, ਉਹਦੀ ਬੀਬੀ ਵੀ ਮੁੜ ਕੇ ਨਹੀਂ ਬੋਲੀ। ਬਿੰਦ ਕੋ ਮਗਰੋਂ ਉਸ ਮੰਜੇ ਦੀ ਯਰਕ ਸੁਣੀ ਜਿਵੇਂ ਕੋਈ ਮੰਜੇ ਤੋਂ ਉਤਰਿਆ ਹੋਵੇ, ਪਰ ਉਹ ਉਸੇ ਤਰ੍ਹਾਂ ਕੰਨ ਕੁੱਟੀ ਸਾਹ ਦੱਬੀ ਦੜਿਆ ਰਿਹਾ। ਫਿਰ ਉਹਦੇ ਨਾਲ ਦਾ ਮੰਜਾ ਕੜਕ ਕੜਕ ਕਰਕੇ ਚੀਕਿਆ ਜਿਵੇਂ ਕੋਈ ਜਣਾ ਮੰਜੇ ਤੇ ਪਿਆ ਹੋਵੇ। ਪਰ ਗੋਰਾ ਇੰਨਾ ਡਰ ਗਿਆ ਸੀ, ਉਹ ਕੰਬਣ ਦੇ ਬਾਵਜੂਦ ਭੋਰਾ ਹਿਲਜੁਲ ਨਹੀਂ ਕੀਤੀ। ਪਲ ਪਲ ਮਗਰੋਂ ਉਸਦੇ ਸਰੀਰ ਨੂੰ ਕਾਂਬਾ ਚੜ੍ਹਦਾ ਤੇ ਹੋਰ ਦੀਆਂ ਹੋਰ ਗੱਲਾਂ ਉਹਦੇ ਦਿਮਾਗ ਵਿੱਚ ਆਉਂਦੀਆਂ ਗਈਆਂ। ਉਸ ਦਿਨ ਵਾਲੀ ਗੱਲ ਜਿਹੜੀ ਸਕੂਲੋਂ ਆਉਂਦਿਆਂ ਉਸ ਦੇ ਨਾਲ ਉਸ ਤਵੀਤੀਆਂ ਵਾਲੇ ਮੁੰਡੇ ਨੇ ਕੀਤੀ ਸੀ, ਸੋਚ ਕੇ ਉਸ ਦਾ ਸੰਗ ਖੁਸ਼ਕ ਹੋਣਾ ਸ਼ੁਰੂ ਹੋ ਗਿਆ। ਡਰਦਾ ਉਹ ਮੂੰਹ ਵਿੱਚ ਆਏ ਥੁੱਕ ਨਾਲ ਸੰਗ ਵੀ ਨਾ ਗਿੱਲਾ ਕਰ ਸਕਿਆ। ਫਿਰ ਉਸਨੂੰ ਹੋਰ ਗੱਲ ਯਾਦ ਆਈ। ਸਾਰਜੈਂਟ ਹੋਰਾਂ ਇੱਕ ਗੱਲ ਸੁਣਾਈ ਸੀ। ਗੱਲ ਸੁਣਦੇ ਉਹ ਸਾਰੇ ਇਉਂ ਸਵਾਦ ਜਿਹੇ ਵਿੱਚ ਬਿਠੇ ਸਾਰਜੈਂਟ ਦੇ ਹਿਲਦੇ ਬੁੱਲਾਂ ਵੱਲ ਵੇਖ ਰਹੇ ਸਨ। ਇਹ ਗੱਲ ਸਾਰਜੈਂਟ ਕੇ ਸਾਹਮਣੇ ਘਰ ਵਾਲਿਆਂ ਦੇ ਫੌਜੀ ਮੁੰਡੇ ਬਹੂ ਦੀ ਸੀ। ਇਸ ਗੱਲ ਨਾਲ ਤਾਂ ਗੋਰਾ ਨਸ਼ਿਆਇਆ ਜਿਹਾ ਗਿਆ ਸੀ, ਪਰ ਹੁਣ ਵੀ ਗੱਲ ਜਿਹੜੀ ਉਹਦੀਆਂ ਅੱਖਾਂ ਸਾਹਮਣੇ ਵਾਪਰੀ ਸੀ, ਉਹਦਾ ਸਰੀਰ ਪਾਣੀ ਪਾਣੀ ਹੋ ਗਿਆ ਸੀ। ਵਿਦਿਆਰਥੀਓ, ਨਾਵਲ ਵਿੱਚ ਆਏ ਵਿਚਾਰ
ਇਤਰਾਜ਼ਯੋਗ ਸਮਝੇ ਜਾ ਸਕਦੇ ਹਨ, ਪਰ ਧਿਆਨ ਨਾਲ ਅਤੇ ਤਰਕ ਨਾਲ ਸਮਝਦਿਆਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਸ ਨਾਵਲ ਵਿੱਚ ਨਾਵਲਕਾਰ ਨੇ ਮੂਲ ਰੂਪ ਵਿੱਚ ਬੱਚਿਆਂ ਦੀ ਮਾਨਸਿਕਤਾ ਦੇ ਵਿਕਸਿਤ ਹੋਣ ਦੇ ਕਾਰਨ ਅਤੇ ਸਥਿਤੀਆਂ ਦਾ ਜਾਇਜ਼ਾ ਲਿਆ ਹੈ ਅਤੇ ਇਹਨਾਂ ਨੂੰ ਨਾਵਲ ਰਾਹੀਂ ਪੇਸ਼ ਕੀਤਾ ਹੈ। ਨਾਵਲਕਾਰ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਕਿਹੜੀਆਂ ਸਥਿਤੀਆਂ ਹਨ ਜਿਨ੍ਹਾਂ ਸਥਿਤੀਆਂ ਵਿੱਚ ਇੱਕ ਬੱਚੇ ਦੀ ਮਾਨਸਿਕਤਾ ਵਿਕਸਿਤ ਹੁੰਦੀ ਹੈ ਅਤੇ ਵੱਡੇ ਹੋਏ ਤੋਂ ਉਸ ਦੀ ਮਾਨਸਿਕਤਾ ਕਿਹੋ ਜਿਹੀ ਹੋ ਜਾਂਦੀ ਹੈ, ਭਾਵ ਉਹ ਕਿਹੋ ਜਿਹੀ ਮਨੋ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਧੰਨਵਾਦ।